लाल की रंगों में मकाना दा मालकाना हक लेके रहांगे खेती लोकां दा एक जिंदाबाद। ਕਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਜਿੱਥੇ ਪੰਚਾਇਤੀ ਜ਼ਮੀਨਾਂ ਐਸੀ ਭਾਈਚਾਰੇ ਦੇ ਲੋਕਾਂ ਨੂੰ ਮਿਲ ਚੁੱਕੀਆਂ ਨੇ? 70 ਤੋਂ 75 ਪਿੰਡ ਨੇ ਜਿਨ੍ਹਾਂ 'ਚ ਜ਼ਮੀਨ ਪ੍ਰਾਪਤੀ ਦੀ ਅਗਵਾਈ ਦੇ ਵਿੱਚ ਜਿਹੜੇ ਐਸੀ ਭਾਈਚਾਰੇ ਦੇ ਲੋਕ ਨੇ ਆਪਣੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਲੈਣ 'ਚ ਕਾਮਯਾਬ ਹੋਏ ਨੇ। ਝੋਨੇ ਦੀ ਦਵਾਈ ਤੇ ਮਜ਼ਦੂਰ ਦੀ ਦਿਹਾੜੀ ਦਾ ਪੱਕਾ ਰੇਟ ਸਰਕਾਰ ਤੈਅ ਕਰੇ। ਮਜ਼ਦੂਰ ਜ਼ਮੀਨਾਂ ਦੇ ਮਾਲਕਾਂ ਦਾ ਹੱਕ ਲੈ ਕੇ ਰਹਾਂਗੇ। ਆਮ ਆਦਮੀ ਪਾਰਟੀ ਸ਼ਾਇਦ ਆਮ ਲੋਕਾਂ ਦੀ ਆ, ਪਰ ਇਹ ਵੀ ਖਾਸ ਲੋਕਾਂ ਦੀ ਪਾਰਟੀ ਬਣ ਗਈ। ਇਹ ਤੇ ਸਭ ਤੋਂ ਵੱਡਾ ਫਰਮਾਨ ਜਿਹੜਾ ਐਸੀ ਭਾਈਚਾਰੇ ਦੇ ਖਿਲਾਫ ਆ ਜਿਹੜਾ ਕੀਤਾ ਜਾ ਰਿਹਾ, ਉਹ ਇਹਨਾਂ ਨੇ ਖਤਮ ਕਰਤਾ ਵੀ ਜੇ ਕੋਈ ਵੀ ਬੰਦਾ ਆ ਕੇ ਬੋਲੀ ਲਾਉਂਦਾ ਉਹ ਇਹਨਾਂ ਦੀ ਜ਼ਮੀਨ ਦੀ ਬੋਲੀ ਦਾ ਰੇਟ ਵਧਾਵੇ ਤੇ ਅਸੀਂ ਪੈਸਾ ਇਕੱਠਾ ਕਰੀਏ, ਇਹਨਾਂ ਨੂੰ ਰੋਟੀ ਮਿਲੇ ਨਾ ਮਿਲੇ। ਪਹਿਲਾਂ ਚੱਲਦਾ ਸੀ ਵੀ ਪੱਗਾਂ ਦੇ ਰੰਗ ਬਦਲਦੇ ਸੀ, ਨੀਤੀਆਂ ਉਹੀ ਸੀ, ਨੀਤੀਆਂ ਉਹੀ ਨੇ ਹੁਣ ਵੀ। ਪਹਿਲਾਂ ਨੀਲੀ ਤੋਂ ਚਿੱਟੀ ਪੱਗ ਹੋ ਗਈ ਤੇ ਹੁਣ ਇਹ ਭਗਤ ਸਿੰਘ ਦਾ ਨਾਂ ਲੈ ਕੇ ਇਹਨਾਂ ਨੇ ਉਹ ਪੱਗ ਬੰਨ ਲਈ। ਮਜ਼ਦੂਰ ਜ਼ਮੀਨਾਂ ਦੇ ਮਾਲਕਾਂ ਦਾ ਹੱਕ ਲੈ ਕੇ ਰਹਾਂਗੇ। ਉਹਨਾਂ ਨੇ ਹੱਥ ਖੜੇ ਕਰਤੇ ਕਿ ਇਹ ਸਾਡੇ ਲੈਵਲ ਦਾ ਮਸਲਾ ਨਹੀਂ, ਸੀਐਮ ਕਰੂ। ਲਾਲ ਕੀ ਰੰਗੋਂ ਦੇ ਮਕਾਨਾਂ ਦਾ ਮਾਲਕਾਂ ਦਾ ਹੱਕ ਲੈ ਕੇ ਰਹਾਂਗੇ। ਔਰ ਜੇਕਰ ਇੱਕ ਸੀਐਮ ਸਾਡੇ ਸਟੇਟ ਦਾ ਸਾਨੂੰ ਮਿਲ ਨਹੀਂ ਸਕਦਾ ਹੈਗਾ ਤਾਂ ਫਿਰ ਸਾਨੂੰ ਤਾਂ ਕਾਲੀਆ ਕਾਂਗਰਸੀਆਂ ਵਰਗੇ ਹੀ ਝਾੜੂ ਵਾਲੇ। खेती लोकां दा एक जिंदाबाद। मजदूरां दा एक जिंदाबाद। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆਂ, ਤੁਸੀਂ ਜੁੜੇ ਹੋਏ ਹੋ ਸਰਲੇਖ ਦੇ ਨਾਲ। ਅੱਜ ਸੰਗਰੂਰ ਦੇ ਵਿੱਚ ਪਹੁੰਚੇ ਆ। ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਹਮੇਸ਼ਾ ਦਲਿਤ ਐਸੀ ਭਾਈਚਾਰੇ ਦੇ ਲੋਕਾਂ ਨਾਲ ਕੋਈ ਚੰਗਾ ਰੋਹ ਨਹੀਂ ਅਪਣਾਇਆ। ਅੱਜ ਜੋ ਉਮੀਦਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਸੀ ਉਹ ਵੀ ਟੁੱਟਦੀਆਂ ਨਜ਼ਰ ਆ ਰਹੀਆਂ ਨੇ। ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਹੁਤ ਵੱਡੇ ਰੂਪ ਦੇ ਵਿੱਚ ਸੰਘਰਸ਼ ਸੰਗਰੂਰ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਬਹੁਤ ਵੱਡਾ ਇਕੱਠ ਕੀਤਾ ਗਿਆ। ਇਸ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਜਿਹੜਾ ਰੋਸ ਮਾਰਚ ਹੈ ਉਹ ਕੀਤਾ ਜਾ ਰਿਹਾ ਹੈ। ਮੇਰੇ ਨਾਲ ਜਥੇਬੰਦੀਆਂ ਦੇ ਆਗੂ ਨੇ। ਬਹੁਤ ਜਲਦੀ ਤੁਹਾਨੂੰ ਇਸ ਮੁੱਦੇ ਬਾਰੇ ਜ਼ਮੀਨ ਸੰਘਰਸ਼ ਹੈ ਕੀ ਹੈ ਉਹਦੇ ਬਾਰੇ ਮੁਕੇਸ਼ ਮਲੌਦ ਜੀ ਨਾਲ ਬਹੁਤ ਜਲਦੀ ਤੁਹਾਨੂੰ ਇੰਟਰਵਿਊ ਦੇ ਰੂਬਰੂ ਕਰਾਵਾਂਗੇ। ਮੇਰੇ ਨਾਲ ਕੁਝ ਆਗੂ ਨੇ, ਕਰਦੇ ਹਾਂ ਗੱਲਬਾਤ। ਜਿਹੜਾ ਸੰਘਰਸ਼ ਹੈ ਇਹ ਕੀ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਇਹ ਦੱਸਣਾ ਬਣਦਾ ਹੈ। ਹਾਂ ਬਾਈ ਜੀ, ਸਤਿ ਸ਼੍ਰੀ ਅਕਾਲ। ਆਪਣਾ ਨਾਮ, ਜਥੇਬੰਦੀ ਦਾ ਨਾਮ? ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਜੋਨਲ ਪ੍ਰਧਾਨ ਮੁਕੇਸ਼ ਮਲੌਦ ਜੀ। ਪਹਿਲਾਂ ਕੁਝ ਸੰਖੇਪ ਸ਼ਬਦਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਕੀ ਹੈ? ਇਹ ਐਸੀ ਕੋਟੇ ਦੀਆਂ ਜ਼ਮੀਨਾਂ ਦਾ ਮਾਮਲਾ ਜਿਹਦੇ 'ਚ ਭਾਵੇਂ ਪੰਚਾਇਤੀ ਜ਼ਮੀਨਾਂ 'ਚੋਂ ਤੀਜੇ ਹਿੱਸੇ ਦੀ ਗੱਲ ਹੋਵੇ, ਉਹਨੂੰ ਲੈਣ ਲਈ ਅਸੀਂ ਜਿਹੜਾ ਸੰਘਰਸ਼ ਲੜ ਰਹੇ ਹਾਂ ਵੀ ਘੱਟ ਰੇਟ ਦੇ ਉੱਤੇ ਸਾਨੂੰ ਬਿਨਾਂ ਬੋਲੀ ਤੋਂ ਜ਼ਮੀਨ ਦਿੱਤੀ ਜਾਵੇ। ਦੂਸਰਾ, ਜਿਹੜੀਆਂ ਨਜੂਲ ਸੁਸਾਇਟੀ ਦੀਆਂ ਜ਼ਮੀਨਾਂ ਨੇ ਉਹਨਾਂ ਦਾ ਮਾਲਕੀ ਹੱਕ ਦਿੱਤਾ ਜਾਵੇ। ਤੀਜਾ, ਲਾਲ ਲਕੀਰ ਅੰਦਰ ਆਉਂਦੇ ਜਿਹੜੇ ਮਕਾਨ ਨੇ ਉਹਨਾਂ ਦਾ ਮਾਲਕੀ ਹੱਕ ਦਿੱਤਾ ਜਾਵੇ। ਚੌਥਾ, ਪਲਾਟਾਂ ਦਾ। ਤੇ ਪੰਜਵਾਂ ਜਿਹੜਾ ਸੀਲਿੰਗ ਐਕਟ ਆ ਉਹਨੂੰ ਲਾਗੂ ਕਰਾਉਣ ਦੀ ਅਸੀਂ ਇੱਥੇ ਮੰਗ ਕਰਕੇ ਆਏ ਹਾਂ। ਜਦੋਂ ਅਸੀਂ ਤੁਹਾਨੂੰ ਦੇਖ ਰਹੇ ਹਾਂ ਕਿ ਸੰਗਰੂਰ ਦੇ ਵਿੱਚ ਤਾਂ ਜਿਹੜਾ ਤੁਹਾਡਾ ਸੰਘਰਸ਼ ਹੈ ਬਹੁਤ ਉੱਚੇ ਪੱਧਰ ਤੇ ਜਾ ਚੁੱਕਾ ਹੈ। ਕਿਹੜੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕਾਮਯਾਬ ਹੋ ਚੁੱਕੇ ਹੋ ਜਿੱਥੇ ਪੰਚਾਇਤੀ ਜ਼ਮੀਨਾਂ ਐਸੀ ਭਾਈਚਾਰੇ ਦੇ ਲੋਕਾਂ ਨੂੰ ਮਿਲ ਚੁੱਕੀਆਂ ਨੇਗੀਆਂ? ਲਗਭਗ 70 ਤੋਂ 75 ਪਿੰਡ ਨੇ ਜਿਨ੍ਹਾਂ 'ਚ ਜ਼ਮੀਨ ਪ੍ਰਾਪਤੀ ਦੀ ਅਗਵਾਈ ਦੇ ਵਿੱਚ ਜਿਹੜੇ ਐਸੀ ਭਾਈਚਾਰੇ ਦੇ ਲੋਕ ਨੇ ਆਪਣੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਲੈਣ 'ਚ ਕਾਮਯਾਬ ਹੋਏ ਨੇ ਔਰ ਘੱਟ ਰੇਟ ਦੇ ਉੱਤੇ ਨੇ ਔਰ ਉੱਥੇ ਸਾਂਝੀ ਖੇਤੀ ਜਿਹੜੀ ਕਰ ਰਹੇ ਨੇ। ਔਰ ਇਹ ਤੋਂ ਬਿਨਾਂ ਸੰਗਰੂਰ ਤੋਂ ਬਿਨਾਂ ਪਟਿਆਲੇ ਦੇ, ਬਰਨਾਲੇ ਤੇ ਮਾਨਸਾ ਦੇ ਕੋਈ ਪਿੰਡਾਂ ਦੇ ਵਿੱਚ ਵੀ ਜਿਹੜੀ ਇਹ ਲੜਾਈ ਸ਼ੁਰੂ ਹੋਈ ਆ। ਔਰ ਇਸ ਸਾਲ ਇਹ ਅੰਮ੍ਰਿਤਸਰ ਦੇ ਵਿੱਚ, ਫਾਜ਼ਿਲਕਾ ਦੇ ਵਿੱਚ, ਫਿਰੋਜ਼ਪੁਰ ਤੇ ਬਠਿੰਡਾ ਜ਼ਿਲ੍ਹਿਆਂ ਦੇ ਵਿੱਚ ਵੀ ਕਿਉਂਕਿ ਤੂੜੀ ਦਾ ਰੇਟ ਆ ਜਿਹੜਾ ਬਹੁਤ ਵੱਧ ਗਿਆ ਸੀ ਤਾਂ ਉਹ ਪਿੰਡ ਨੇ ਜਿਹੜੇ ਜੁੜੇ ਨੇ ਜਿਹੜੇ ਐਸੀ ਕੋਟੇ ਦੀ ਜ਼ਮੀਨ ਲੈਣ ਲਈ ਸੰਘਰਸ਼ ਆ ਜਿਹੜਾ ਉਹਨਾਂ ਨੇ ਵਿੱਢਿਆ। ਲੋਕਾਂ ਨੇ ਵੱਡੇ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਸਰਕਾਰ ਲਿਆਂਦੀ ਹੈ। ਕੀ ਲੱਗਦਾ ਕਿ ਦੂਸਰੀਆਂ ਸਰਕਾਰਾਂ ਤੇ ਇਸ ਵਿੱਚ ਤੁਹਾਨੂੰ ਫਰਕ ਲੱਗਦਾ ਤੁਹਾਡੇ ਸੰਘਰਸ਼ ਨੂੰ ਲੈ ਕੇ? ਦੇਖੋ, ਅਕਾਲੀ ਕਾਂਗਰਸੀਆਂ ਤੋਂ ਅੱਕੇ ਲੋਕਾਂ ਨੇ ਜਿਹੜੀਆਂ ਪੂਰੇ ਜ਼ੋਰ ਸ਼ੋਰ ਨਾਲ ਇਹਨਾਂ ਪਾਰਟੀਆਂ ਨੂੰ ਜਿਹੜਾ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ, ਜਿਹੜੀ ਲੱਗਦੀ ਸੀ ਵੀ ਆਮ ਆਦਮੀ ਪਾਰਟੀ ਸ਼ਾਇਦ ਆਮ ਲੋਕਾਂ ਦੀ ਆ,
ਪਰ ਇਹ ਵੀ ਖਾਸ ਲੋਕਾਂ ਦੀ ਪਾਰਟੀ ਬਣ ਗਈ। ਇਹ ਤੇ ਸਭ ਤੋਂ ਵੱਡਾ ਫਰਮਾਨ ਜਿਹੜਾ ਐਸੀ ਭਾਈਚਾਰੇ ਦੇ ਖਿਲਾਫ ਆ, ਜਿਹੜਾ ਕੀਤਾ ਜਾ ਰਿਹਾ ਮਜ਼ਦੂਰਾਂ ਦੇ ਖਿਲਾਫ ਆ। ਉਹਨਾਂ ਨੇ ਆਉਂਦੇ ਹੀ ਚਾਹੇ ਸਿੱਧੀ ਬਿਜਾਈ ਦਾ ਮਾਮਲਾ ਲਿਆਂਦਾ, ਪਰ ਉਹਨਾਂ ਮਜ਼ਦੂਰਾਂ ਨੇ ਜਿਨ੍ਹਾਂ ਨੇ ਝੋਨੇ ਦਾ ਸੀਜ਼ਨ ਲਾ ਕੇ ਆਪਦੇ ਘਰਾਂ ਦੇ ਚੁੱਲ੍ਹੇ ਬਾਲਣੇ ਸੀ, ਉਹਨਾਂ ਲਈ ਕੋਈ ਮੁਆਵਜ਼ਾ, ਉਹਨਾਂ ਦੀ ਕੋਈ ਜਿਹੜੀ ਰੋਜੀ ਰੋਟੀ ਜਾ ਰਹੀ ਆ, ਉਹਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਔਰ ਉਲਟਾ ਜਿਹੜੀਆਂ ਤੀਜੇ ਹਿੱਸੇ ਦੀਆਂ ਜ਼ਮੀਨਾਂ ਉਹ ਲੈਣ 'ਚ ਕਾਮਯਾਬ ਹੋਏ ਸੀ, ਉਹਨਾਂ ਨੂੰ ਖੋਣ ਲਈ ਇਹਨਾਂ ਨੇ ਪੁਰਾਣੇ ਨੋਟੀਫਿਕੇਸ਼ਨਾਂ ਨੂੰ ਖਤਮ ਕਰਕੇ ਇਹ ਕਰਤਾ ਵੀ ਬੋਲੀ ਜਿਹੜੀ ਪਹਿਲਾਂ ਐਸੀ ਧਰਮਸ਼ਾਲਾ 'ਚ ਹੁੰਦੀ ਸੀ, ਹੁਣ ਉਹ ਕਹਿੰਦੇ ਜਰਨਲ ਦੇ ਨਾਲ ਹੀ ਹੋਊ, ਤਾਂ ਜੋ ਪਿੱਛੇ ਬੈਠਾ ਜਰਨਲ ਦਾ ਬੰਦਾ ਡੰਮੀ ਬੋਲੀ ਕਰਵਾ ਸਕੇ। ਦੂਸਰਾ, ਸਾਂਝੀ ਖੇਤੀ ਲਈ ਜ਼ਮੀਨ ਲੈਣ ਦੀ ਪਹਿਲ ਮਿਲੀ ਸੀ, ਉਹ ਇਹਨਾਂ ਨੇ ਖਤਮ ਕਰਤਾ ਵੀ ਜੇ ਕੋਈ ਵੀ ਬੰਦਾ ਆ ਕੇ ਬੋਲੀ ਲਾਉਂਦਾ, ਉਹ ਇਹਨਾਂ ਦੀ ਜ਼ਮੀਨ ਦੀ ਬੋਲੀ ਦਾ ਰੇਟ ਵਧਾਵੇ ਤੇ ਅਸੀਂ ਪੈਸਾ ਇਕੱਠਾ ਕਰੀਏ, ਇਹਨਾਂ ਨੂੰ ਰੋਟੀ ਮਿਲੇ ਨਾ ਮਿਲੇ। ਜਿਹੜੀਆਂ ਐਸੀ ਕੋਟੇ ਦੀਆਂ ਜ਼ਮੀਨਾਂ 'ਚ ਇਹ ਰਾਹਤ ਮਿਲੀ ਸੀ, ਉਹ ਜ਼ਮੀਨਾਂ ਵੀ ਹੁਣ ਖੋਣ ਦੀ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਤਿਆਰੀ ਕਰ ਲਈ। ਨਾ ਹੁਣ ਬੋਲੀ ਐਸੀ ਧਰਮਸ਼ਾਲਾ 'ਚ ਹੁੰਦੀ ਆ, ਡੰਮੀ ਬੋਲੀ ਕਰਾਉਣ ਦਾ ਖਤਰਾ ਵੱਧ ਗਿਆ। ਰੇਟ ਦੇ ਵਾਧੇ ਤੇ ਰੋਕ ਲਾਈ ਸੀ, ਉਹ ਵੀ ਸ਼ਰਤ ਚੱਕਤੀ ਵੀ ਰੇਟ ਜਿੰਨਾ ਮਰਜ਼ੀ ਚੱਕੋ, ਮਜ਼ਦੂਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇ। ਔਰ ਜਿਹੜੀ 3 ਸਾਲ ਲਈ ਲੀਜ਼ ਤੇ ਦੇਣ ਦੀ ਗੱਲ ਸੀ, ਉਹਨੂੰ ਵੀ ਇਹਨਾਂ ਨੇ ਰੱਦ ਕਰਤਾ। ਕਹਿੰਦੇ ਜੀ ਤੁਸੀਂ ਜ਼ਮੀਨ ਦੱਬ ਲਓਗੇ ਇਸ ਨਾਂ ਥੱਲੇ ਵੀ 3 ਸਾਲ ਲਈ, ਜਿਹੜਾ ਹਰ ਸਾਲ ਐਸੀ ਭਾਈਚਾਰੇ ਦਾ ਸਮਾਜਿਕ ਬਾਈਕਾਟ ਹੁੰਦਾ ਸੀ, ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਜਾਂਦੀਆਂ ਸੀ। ਇਹੀ ਕਾਰਨ ਝਲੂਰ ਦੇ ਵਿੱਚ ਮਾਤਾ ਗੁਰਦੇਵ ਕੌਰ ਦੇ ਕਤਲ ਦਾ ਬਣਿਆ। ਪਰ ਉਹ ਸਾਰੀ ਜਿਹੜੀ ਕੁੱਟਮਾਰ, ਸਾਰੇ ਤਸ਼ੱਦਦ ਨੂੰ ਭੁੱਲ ਕੇ ਇਹਨਾਂ ਨੇ ਪੁਰਾਣੀ ਪੋਜੀਸ਼ਨ ਲਿਆ ਕੇ ਖੜੀ ਕਰਤੀ ਵੀ ਤੁਹਾਡੇ ਨਾਲ ਜੋ ਮਰਜ਼ੀ ਵਰਤਾਓ ਹੋਵੇ, ਪਰ ਸਾਡੀ ਸਰਕਾਰ ਆ ਜਿਹੜੀ ਟਸ ਤੋਂ ਮਸ ਨਹੀਂ ਹੁੰਦੀ। ਔਰ ਇਹਨਾਂ ਦੇ ਫੈਸਲਿਆਂ ਤੋਂ, ਫਰਮਾਨਾਂ ਤੋਂ ਇੱਕ ਗੱਲ ਸਪਸ਼ਟ ਹੁੰਦੀ ਆ, ਜਿਵੇਂ ਕਿਸੇ ਇੱਕ ਵਿਸ਼ੇਸ਼ ਵਰਗ ਦੀ ਹੋਵੇ, ਮਜ਼ਦੂਰਾਂ ਲਈ ਇਹ ਸਰਕਾਰ ਦੇ ਕੋਲੇ ਕੋਈ ਥਾਂ ਨਹੀਂ ਹੈ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ। ਜਦੋਂ ਪਿੰਡਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਤੁਸੀਂ ਪਿੰਡਾਂ ਜਾਂਦੇ ਹੋ, ਹਲਕੇ ਦੇ ਵਿੱਚ ਵਿਚਰਦੇ ਹੋ, ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਸਾਹਿਬਾਨ ਨੇ, ਕੋਈ ਬਲਾਕ ਪ੍ਰਧਾਨ ਹੈ, ਕੋਈ ਜ਼ਿਲ੍ਹਾ ਪ੍ਰਧਾਨ ਹੈ, ਇਹਨਾਂ ਦਾ ਦੂਜੇ ਪਾਰਟੀਆਂ ਲੀਡਰ ਇਸ ਤਰ੍ਹਾਂ ਕਰਦੇ ਹੁੰਦੇ ਸੀ, ਉਹਨਾਂ ਦਾ ਕਰ ਹੀ ਚੁੱਕੇ ਸੀ ਪਹਿਲਾਂ ਹੀ ਵੀ ਉਹ ਇਹਨਾਂ ਨਾਲ ਜਿਹੜੇ ਇਹ ਤੁਹਾਡਾ ਸੰਘਰਸ਼ ਸੀ ਉਹ ਢਾਹ ਲਾਉਂਦੇ ਸੀ। ਇਹਨਾਂ ਦਾ ਰਵੱਈਆ ਕੀ ਹੈ ਇਸ ਸੰਘਰਸ਼ ਪ੍ਰਤੀ? ਦੇਖੋ, ਜਿਵੇਂ ਪਹਿਲਾਂ ਚੱਲਦਾ ਸੀ ਵੀ ਪੱਗਾਂ ਦੇ ਰੰਗ ਬਦਲਦੇ ਸੀ, ਨੀਤੀਆਂ ਉਹੀ ਸੀ, ਨੀਤੀਆਂ ਉਹੀ ਨੇ ਹੁਣ ਵੀ। ਪਹਿਲਾਂ ਨੀਲੀ ਤੋਂ ਚਿੱਟੀ ਪੱਗ ਹੋ ਗਈ ਤੇ ਹੁਣ ਇਹ ਭਗਤ ਸਿੰਘ ਦਾ ਨਾਂ ਲੈ ਕੇ ਇਹਨਾਂ ਨੇ ਉਹ ਪੱਗ ਬੰਨ੍ਹ ਲਈ, ਸਰੋਂ ਫੁੱਲੀ, ਰੰਗ ਬਦਲ ਲਿਆ। ਨੀਤੀ ਵੀ ਉਹੀ ਆ, ਫੈਸਲੇ ਵੀ ਉਹੀ ਨੇ, ਕੋਈ ਫਰਕ ਨਹੀਂ ਹੈ। ਉਸੇ ਲੱਛਣਾਂ ਦੇ ਉੱਤੇ ਇਹ ਚੱਲੇ ਹੋਏ ਨੇ। ਹੁਣ ਹੇੜੀ ਕੇ ਪਿੰਡ ਦੇ ਵਿੱਚ ਤਾਜ਼ਾ ਪਰਚਾ ਦਰਜ ਹੋਇਆ, ਪਹਿਲਾਂ ਅਕਾਲੀਆਂ ਦੇ ਟਾਈਮ ਵੀ ਹੋਇਆ, ਫਿਰ ਕਾਂਗਰਸ ਦੇ ਟਾਈਮ ਹੋਇਆ, ਤੇ ਹੁਣ ਡੰਮੀ ਬੋਲੀਆਂ ਇਹਨਾਂ ਨੇ ਫੇਰ ਸ਼ੁਰੂਆਤ ਕਰਤੀ। ਇਸ ਕਰਕੇ ਇਹਨਾਂ 'ਚ ਕੋਈ ਫਰਕ ਨਹੀਂ। ਹਾਂ, ਪਿੰਡਾਂ ਦੇ ਚੌਧਰੀ ਬਦਲਣਗੇ, ਪਹਿਲਾਂ ਅਕਾਲੀਆਂ ਦੇ ਚੌਧਰੀ ਦੱਬਦੇ ਸੀ, ਫਿਰ ਕਾਂਗਰਸੀਆਂ ਦੇ, ਹੁਣ ਆਮ ਆਦਮੀ ਪਾਰਟੀ ਦੇ ਚੌਧਰੀ ਖੜੇ ਹੋ ਜਾਣਗੇ। ਇਹ ਫਰਕ ਜ਼ਰੂਰ ਆ, ਇਸ ਤੋਂ ਜ਼ਿਆਦਾ ਕੋਈ ਫਰਕ ਨਹੀਂ ਹੈ। ਹਾਂਜੀ ਮੈਡਮ, ਕੀ ਨਾਮ ਹੈ ਤੁਹਾਡਾ, ਕੀ ਕਹਿਣਾ ਚਾਹੋਗੇ? ਪਰਮਜੀਤ ਲੌਂਗੋਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਨਰਲ ਸੈਕਟਰੀ। ਅੱਜ ਜੋ ਅਸੀਂ ਇੱਥੇ ਪ੍ਰਦਰਸ਼ਨ ਰੱਖਿਆ, ਪਹਿਲੀ ਗੱਲ ਤਾਂ ਅਸੀਂ ਲੰਮੇ ਸਮੇਂ ਤੋਂ ਇਹਨਾਂ ਮੰਗਾਂ ਨੂੰ ਲੈ ਕੇ ਲੜ ਰਹੇ ਹਾਂ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਉਹਦਾ ਤੀਜੇ ਹਿੱਸੇ ਦੀ ਬੋਲੀ ਹੁੰਦੀ ਆ 1 ਸਾਲ ਲਈ, ਔਰ ਹਰ ਸਾਲ ਇੱਥੇ ਕਲੇਸ਼ ਹੁੰਦਾ, ਹਰ ਸਾਲ ਪਰਚੇ ਦਰਜ ਹੁੰਦੇ ਆ, ਹਰ ਸਾਲ ਜਿਹੜੇ ਸਿਰ ਪਾਟਦੇ ਆ ਸਾਡੇ ਬੀਬੀਆਂ ਭੈਣਾਂ ਦੇ। ਅਸੀਂ ਇਹਦੇ ਠੋਸ ਹੱਲ ਲਈ ਜਿਵੇਂ ਪਹਿਲਾਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਰਹੇ ਹਾਂ, ਇਸ ਸਰਕਾਰ ਕੋਲ ਵੀ ਮੰਗ ਰੱਖੀ ਆ ਕਿ ਹਰ ਸਾਲ ਬੋਲੀ ਕਰਾਉਣ ਨਾਲੋਂ ਜਦੋਂ ਇਹ ਕੋਟੇ ਵਾਲੀ ਜ਼ਮੀਨ ਆ, ਰਿਜ਼ਰਵੇਸ਼ਨ ਵਾਲੀ ਜ਼ਮੀਨ ਆ, ਤਾਂ ਇਹਨੂੰ ਪੱਕੇ ਰੂਪ 'ਚ ਸਾਡੇ ਦਲਿਤਾਂ ਨੂੰ ਸੁਸਾਇਟੀ ਬਣਾ ਕੇ ਦੇ ਦੇਣਾ ਚਾਹੀਦਾ, ਔਰ ਇਹਦਾ ਰੇਟ ਨਹੀਂ ਵਧਣਾ ਚਾਹੀਦਾ। ਜੇ ਰੇਟ ਵਧੂਗਾ ਤਾਂ ਸਾਡੀ ਪਹੁੰਚ ਤੋਂ ਬਾਹਰ ਹੋਊ ਇਹ ਜ਼ਮੀਨ। ਇਹ ਚੀਜ਼ ਨੂੰ ਲੈ ਕੇ ਅਸੀਂ ਲਗਾਤਾਰ ਜਿਹੜਾ ਲੜ ਰਹੇ ਹਾਂਗੇ। ਔਰ ਅੱਜ ਅਸੀਂ ਪਹਿਲਾਂ ਵੀ 3 ਮੀਟਿੰਗਾਂ ਸਾਡੀਆਂ ਜਿਹੜੀਆਂ ਪੰਚਾਇਤ ਮੰਤਰੀ ਨਾਲ ਤੇ ਡਾਇਰੈਕਟਰ ਨਾਲ ਹੋ ਚੁੱਕੀਆਂ ਨੇ, ਪਰ ਉਹ 'ਚ ਕੋਈ ਠੋਸ ਹੱਲ ਨਹੀਂ ਨਿਕਲਿਆ। ਉਹਨਾਂ ਨੇ ਹੱਥ ਖੜੇ ਕਰਤੇ ਕਿ ਇਹ ਸਾਡੇ ਲੈਵਲ ਦਾ ਮਸਲਾ ਨਹੀਂ, ਸੀਐਮ ਕਰੂ। ਤਾਂ ਇਸ ਕਰਕੇ ਅਸੀਂ ਮੰਗ ਕਰ ਰਹੇ ਕਿ ਸੀਐਮ ਨਾਲ ਮੀਟਿੰਗ ਮਿਲੇ, ਸਾਡੇ ਮੱਥੇ ਤਾਂ ਲੱਗੇ ਉਹ, ਅਸੀਂ ਉਹਨੂੰ ਵੋਟਾਂ ਪਾਈਆਂ ਨੇ, ਮਜ਼ਦੂਰ ਸਾਰੇ ਜਿਹੜੇ ਉਹ ਤੋਂ ਆਸ ਰੱਖਦੇ ਆ। ਔਰ ਜੇਕਰ ਕਿ ਸੀਐਮ ਸਾਡੇ ਸਟੇਟ ਦਾ ਸਾਨੂੰ ਮਿਲ ਨਹੀਂ ਸਕਦਾ ਹੈਗਾ, ਤਾਂ ਫਿਰ ਸਾਨੂੰ ਤਾਂ ਅਕਾਲੀਆਂ ਕਾਂਗਰਸੀਆਂ ਵਰਗੇ ਹੀ ਝਾੜੂ ਵਾਲੇ ਆ। ਹਾਂਜੀ ਬਾਈ ਜੀ, ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ ਜੀ, ਜਨਰਲ ਮੀਤ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ। ਕੀ ਕਹਿਣਾ ਚਾਹੋਗੇ? ਇਹ ਸੰਘਰਸ਼ ਬਾਰੇ ਇਹ ਆ ਕਿ ਇਹ ਜਿਹੜੀਆਂ ਸਾਡੀਆਂ ਮੰਗਾਂ ਨੇ, ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪਿਛਲੇ 7 ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਆ, ਪਰ ਜਿਹੜੀਆਂ ਸਰਕਾਰਾਂ ਜਿੰਨੀਆਂ ਵੀ ਆਈਆਂ ਨੇ, ਇਹਨਾਂ ਦੇ ਜਿਹੜੇ ਟਸ ਤੋਂ ਮਸ ਨਹੀਂ ਹੋਏ, ਇਹਨਾਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਚੀ। ਬੇਸ਼ੱਕ ਵਿੱਚੋਂ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕਰਤੇ, ਪਰ ਉਹ ਗਰਾਊਂਡ ਲੈਵਲ ਤੇ ਜਿਹੜੇ ਲਾਗੂ ਹੋਈ ਨਹੀਂ ਹੋਏ। ਚਾਹੇ ਉਹ ਲਾਲ ਲਕੀਰ ਵਾਲਾ ਹੋਵੇ, ਚਾਹੇ ਉਹ ਪੰਚਾਇਤੀ ਜ਼ਮੀਨਾਂ ਮੰਨ ਲਓ ਪੱਟੇ ਤੇ ਦੇਣ ਦਾ ਹੋਵੇ, ਜਿਹਦੇ ਪਿਛਲੀ ਵਾਰ 2018 ਦਾ ਨੋਟੀਫਿਕੇਸ਼ਨ ਜਿਹੜਾ ਹੋਇਆ ਸੀ ਸਾਡੇ ਹੱਕ ਦਾ, ਉਹ ਤੇ ਆਉਣ ਸਾਰ ਇਹ ਨਵੀਂ ਸਰਕਾਰ ਨੇ ਜਿਹੜੀ ਰੋਕ ਲਾਤੀ, ਉਹਦੇ ਉਲਟ ਸਾਰਾ ਨੋਟੀਫਿਕੇਸ਼ਨ ਇਹਨੇ ਜਾਰੀ ਕਰਿਆ।
ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਇਹ ਕਰ ਲਓ ਕਿ ਡੰਮੀ ਬੋਲੀਆਂ ਕਰਾ ਕੇ ਜਿਹੜਾ ਦਲਤਾਂ ਦੀ ਹਿੱਸੇ ਦੀ ਜ਼ਮੀਨ ਦਾ ਹੜੱਪਣ ਦਾ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਿਆ। ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਵੱਡੇ ਪੱਧਰ ਤੇ ਜਿਹੜਾ ਪਹਿਲਾਂ ਜਿਵੇਂ ਸਾਥੀ ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਅਸੀਂ ਮੰਤਰੀ ਸਾਹਿਬ ਨੂੰ ਮਿਲੇ, ਉਹਨਾਂ ਨਾਲ ਮੀਟਿੰਗ ਵੀ ਕੀਤੀ, ਡਿਪਟੀ ਡਾਇਰੈਕਟਰ ਨੂੰ ਵੀ ਮਿਲੇ, ਉਹ ਸਿੱਧੇ ਰੂਪ ਦੇ ਵਿੱਚ ਬਦਲ ਗਏ ਕਿ ਅਸੀਂ ਇਹਨਾਂ ਤੇ ਕੋਈ ਹੱਲ ਨਹੀਂ ਕਰ ਸਕਦੇ। ਜਦ ਕਿ ਉਹਨਾਂ ਨਾਲ ਮੀਟਿੰਗ ਦੇ ਵਿੱਚ ਜਿਹੜਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਆ, ਉਹਨਾਂ ਨਾਲ ਵੀ ਮੀਟਿੰਗ ਜਿਹੜੀ ਹੋਈ, ਉਹਨਾਂ ਨੇ ਸਾਨੂੰ ਕਿਹਾ ਕਿ 2018 ਦੇ ਨੋਟੀਫਿਕੇਸ਼ਨ ਮੁਤਾਬਕ ਹੀ ਬੋਲੀਆਂ ਹੋਣਗੀਆਂ। ਪਰ ਉਸ ਤੋਂ ਬਾਅਦ ਇਹ ਮੁੱਕਰ ਗਏ ਕਿ ਅਸੀਂ ਇਸ 2018 ਦੇ ਨੋਟੀਫਿਕੇਸ਼ਨ ਮੁਤਾਬਕ ਬੋਲੀਆਂ ਨਹੀਂ ਕਰਾਂਗੇ, ਇਹ ਅਗਲੇ ਸਾਲ ਲਾਗੂ ਹੋਊਗਾ। ਇਹ ਸਾਲ ਤਾਂ ਜਿਹੜਾ 2022 ਦਾ ਨੋਟੀਫਿਕੇਸ਼ਨ ਹੋਇਆ ਉਹਦੇ ਮੁਤਾਬਕ ਬੋਲੀ ਹੋਊਗੀ। ਉਹਦੇ ਮੁਤਾਬਕ ਸਿੱਧੇ ਰੂਪ ਦੇ ਵਿੱਚ ਇਹ ਸਾਨੂੰ ਦਿਸਦਾ ਕਿ ਜ਼ਮੀਨਾਂ ਹੜੱਪੀਆਂ ਜਾਣਗੀਆਂ। ਜਿਹੜੇ ਉਹਨਾਂ ਦੇ ਚੌਧਰੀ ਸੀ ਜਿਵੇਂ ਕਾਂਗਰਸੀ ਅਕਾਲੀਆਂ ਦੇ, ਉਹ ਸਾਨੂੰ ਦੀਦਾ ਕਿ ਆਮ ਆਦਮੀ ਪਾਰਟੀ ਦੇ ਹਜੇ ਜਿਹੜੇ ਚੌਧਰੀ ਚੰਗੀ ਤਰ੍ਹਾਂ ਸਟੈਬਲਿਸ਼ ਨਹੀਂ ਹੋਏ, ਤਾਂ ਇਹ ਸਾਲ ਦੇ ਵਿੱਚ ਸਟੈਬਲਿਸ਼ ਕਰਕੇ ਅਗਲੀ ਵਾਰ ਵੀ ਜਿਹੜਾ ਉਹ ਹੜੱਪਣ ਲਈ ਸਿੱਧੇ ਰੂਪ ਦੇ ਵਿੱਚ ਚੌਧਰੀ ਉਹ ਆਉਣਗੇ। ਇਸ ਤੋਂ ਪਹਿਲਾਂ ਤੁਸੀਂ ਪੰਚਾਇਤ ਮੰਤਰੀ ਜਾਂ ਮੁੱਖ ਮੰਤਰੀ ਤੱਕ ਮਿਲਣ ਦੀ ਜਾਂ ਮੀਟਿੰਗ ਹੋਈ ਜਾਂ ਉਹਨਾਂ ਤੱਕ ਪਹੁੰਚ ਕੀਤੀ, ਉਹਨਾਂ ਦਾ ਰਵੱਈਆ ਕੀ ਹੈ? ਦੇਖੋ, ਪੰਚਾਇਤ ਮੰਤਰੀ ਨਾਲ ਪਹਿਲਾਂ ਮੀਟਿੰਗ ਹੋਈ, ਉਹਨਾਂ ਨੇ ਕਿਹਾ ਸੀ 2018 ਦਾ ਨੋਟੀਫਿਕੇਸ਼ਨ ਲਾਗੂ ਕਰਾਂਗੇ। ਮੀਡੀਆ ਦੇ ਵਿੱਚ ਵੀ ਉਹਨਾਂ ਨੇ ਬਿਆਨ ਦਿੱਤਾ, ਪਰ ਉਹਨਾਂ ਦੀ ਇਹ ਪਾਰਟੀ ਦੇ ਫਿਰ ਬੁਲਾਰੇ ਨੇ ਉਹਨਾਂ ਦੇ ਬਿਆਨ ਨੂੰ ਕੰਡੈਮ ਕਰਕੇ ਕਹਿੰਦੇ ਐਵੇਂ ਲੋਕ ਸਾਡੇ ਤੇ ਦੂਸ਼ਣਬਾਜ਼ੀ ਕਰ ਰਹੇ ਨੇ, ਵਿਰੋਧੀ ਧਿਰਾਂ, ਐਵੇਂ ਦਾ ਕੋਈ ਮਾਮਲਾ ਹੀ ਨਹੀਂ। ਪਰ ਫਿਰ ਵੀ ਜਦੋਂ ਪਿੰਡਾਂ ਦੇ ਵਿੱਚ ਬੋਲੀਆਂ ਰੁਕ ਗਈਆਂ, ਜਦੋਂ ਉਹਨਾਂ ਨੂੰ ਲੱਗਿਆ ਵੀ ਉਹਨਾਂ ਦਾ ਏਜੰਡਾ ਉਸ ਤਰ੍ਹਾਂ ਲਾਗੂ ਨਹੀਂ ਹੁੰਦਾ, ਦੁਬਾਰਾ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੇ ਬੁਲਾ ਕੇ ਮੀਟਿੰਗ ਕੀਤੀ। ਕਹਿੰਦੇ ਸਾਨੂੰ ਮਾਮਲਾ ਸਮਝਾਓ, ਅਸੀਂ ਹੱਲ ਕਰ ਰਹੇ ਹਾਂ, ਪਰ ਹੱਲ ਕਰਨ ਲਈ ਕਹਿੰਦੇ ਸਾਨੂੰ ਸਮਾਂ ਦਿਓ, ਅਗਲੇ ਸਾਲ ਦੀਆਂ ਬੋਲੀਆਂ ਵਾਸਤੇ ਰਾਹਤ ਦੇਵਾਂਗੇ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਤਾਂ ਇਹਦਾ ਸਿੱਧਾ ਮਤਲਬ ਆ ਵੀ ਅਗਲੀ ਵਾਰ ਨੂੰ ਜਿਹੜੇ ਅਜੇ ਇਹਨਾਂ ਦੇ ਪਿੰਡਾਂ 'ਚ ਚੌਧਰੀ ਪੱਕੇ ਨਹੀਂ ਹੋਏ, ਉਹਨਾਂ ਦੇ ਪੈਰ ਪੱਕੇ ਹੋ ਜਾਣਗੇ ਤੇ ਉਹਨਾਂ ਦੇ ਮੁਤਾਬਕ ਸਿਸਟਮ ਚਲਾਉਣ ਲਈ ਇਹ ਪੂਰਾ ਜਿਹੜਾ ਪ੍ਰਪੇਅਰ ਹੋ ਜਾਣਗੇ। ਇਸ ਕਰਕੇ ਇਹ ਟਾਈਮ ਟਪਾ ਰਹੇ ਨੇ, ਹੋਰ ਕੋਈ ਨਹੀਂ। ਜੇ ਲੋਕਾਂ ਲਈ ਕਰਨਾ ਹੋਵੇ ਤਾਂ ਪੁਰਾਣੇ ਅਫਸਰ ਬੈਠੇ ਨੇ, ਸਾਰਾ ਮਾਮਲਿਆਂ ਦਾ ਪਤਾ। ਇੱਕ ਨੋਟੀਫਿਕੇਸ਼ਨ ਜਿਹੜਾ ਪਹਿਲਾਂ ਜਾਰੀ ਕੀਤਾ ਹੋਇਆ ਉਹਨੂੰ ਦੁਬਾਰਾ 2 ਅੱਖਰ ਲਿਖ ਕੇ ਉਹਨੂੰ ਬਹਾਲ ਕਰਨ ਦਾ ਮਾਮਲਾ, ਹੋਰ ਕੁਝ ਨਹੀਂ। ਪਰ ਫਿਰ ਇਰਾਦੇ ਇਹਨਾਂ ਦੇ ਬੇਈਮਾਨ ਨੇ, ਇਸ ਕਰਕੇ ਇਹ ਕਰਨਾ ਨਹੀਂ ਚਾਹੁੰਦੇ। ਹਾਂਜੀ ਸਰ, ਆਪਣਾ ਕੀ ਨਾਮ ਹੈ, ਕਿਹੜੀ ਜਥੇਬੰਦੀ ਵੱਲੋਂ? ਮੈਂ ਸਰ ਬਲਵਿੰਦਰ ਸਿੰਘ ਮੁਲਤਾਨੀ ਹੈ ਜੀ, OBC ਫੈਡਰੇਸ਼ਨ ਵੱਲੋਂ ਅਸੀਂ ਆਏ ਹਾਂ ਇਹਨਾਂ ਦੀ ਸਪੋਰਟ ਕਰਨ ਵਾਸਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ। ਕੀ ਕਹਿਣਾ ਚਾਹੋਗੇ ਜਿਹੜੀਆਂ ਇਹਨਾਂ ਦੀਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਮੰਗਾਂ ਨੇਗੀਆਂ, ਉਹਨਾਂ ਮੰਗਾਂ ਨੂੰ ਲੈ ਕੇ ਤੁਹਾਡਾ ਕੀ ਰਵੱਈਆ? ਸਰ, ਸਮੇਂ-ਸਮੇਂ ਦੀ ਜਿਹੜੀ ਵੀ ਸਰਕਾਰਾਂ ਆਉਂਦੀਆਂ ਨੇ ਉਹ ਗਰੀਬ ਤਬਕਾ SC BC ਦੇ ਨਾਲ ਧੱਕਾ ਕਰਦੀਆਂ ਨੇ। ਜਿਵੇਂ ਕਿ SC ਦੀ ਰਿਜ਼ਰਵੇਸ਼ਨ ਨੌਕਰੀਆਂ 'ਚ ਵੀ ਅੰਬੇਦਕਰ ਸਾਹਿਬ ਕਹਿ ਕੇ ਗਏ ਸੀ, ਜਿੰਨਾ ਹਿੱਸਾ ਜਿੰਨੀ ਆਬਾਦੀ ਉਨਾ ਹਿੱਸਾ। ਅੱਜ SC ਦੀ ਆਬਾਦੀ 32% ਹੈ 11 ਦੀ ਸੈਂਕਸ਼ਨ ਦੇ ਮੁਤਾਬਕ, ਪਰ ਇਹਨਾਂ ਦੀ ਰਿਜ਼ਰਵੇਸ਼ਨ ਅਜੇ 25% ਤੇ ਆ ਰਹੀ ਹੈ ਕਿ ਉਹਨਾਂ ਦਾ ਬੰਦਾ ਹਿੱਸਾ ਸਰਕਾਰਾਂ ਕਿਸੇ ਵੀ ਤਰ੍ਹਾਂ ਦੇਣ ਨੂੰ ਤਿਆਰ ਨਹੀਂ। ਇੱਦਾਂ ਹੀ BC ਦਾ ਹਿੱਸਾ 42% BC ਲੋਕ ਨੇ, ਉਹਨਾਂ ਦੀ ਰਿਜ਼ਰਵੇਸ਼ਨ 5% ਹੈ ਇਹਦੇ 'ਚ ਐਜੂਕੇਸ਼ਨ 'ਚ ਤੇ 12% ਨੌਕਰੀਆਂ 'ਚ। ਇਹ ਸਰਾਸਰ ਜਿਹੜੀਆਂ ਸਰਕਾਰਾਂ ਨੇ ਇਹ ਗਰੀਬ ਤਬਕੇ ਨਾਲ, ਗਰੀਬ ਲੋਕਾਂ ਨਾਲ ਧੱਕਾ ਕਰ ਰਹੀਆਂ ਨੇ। 102 ਅਮੈਂਡਮੈਂਟ ਆ ਚੁੱਕੀ ਹੈ, 105 ਅਮੈਂਡਮੈਂਟ ਆ ਚੁੱਕੀ ਹੈ। ਪੰਜਾਬ ਸਰਕਾਰ ਉਸ ਨੂੰ ਇੰਪਲੀਮੈਂਟ ਕਿਉਂ ਨਹੀਂ ਕਰ ਰਹੀ? 105 ਅਮੈਂਡਮੈਂਟ ਦੈਟ ਇਜ਼ ਟੋਟਲੀ ਇਨ ਫੇਵਰ ਆਫ ਦਾ OBC ਕੈਟਾਗਰੀ। ਲੈਟਰ ਦੀ ਗੱਲ ਕਰ ਲੈ। ਹਾਂਜੀ, ਕਿਹੜਾ ਲੈਟਰ ਭੇਜਿਆ? ਹਾਂ, ਲੈਟਰ ਆਈ ਹੈਵ ਗਿਵਨ 2 letters, one is the original and second one is the R1 to the ਮਤਲਬ ਚੀਫ ਮਿਨਿਸਟਰ ਭਗਵੰਤ ਮਾਨ ਜੀ। ਹਾਂਜੀ, ਉਹ ਭੇਜ ਚੁੱਕਿਆ ਮੈਂ, ਉਹਦਾ ਹਾਲੇ ਤੱਕ ਮੇਰੇ ਕੋਲ ਕੋਈ ਜਵਾਬ ਨਹੀਂ ਆਇਆ। ਬੇਸ਼ੱਕ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਹਰ ਵਰਗ ਦੇ ਲੋਕਾਂ ਨੂੰ ਖੁਸ਼ ਕਰਨ ਦੇ ਦਾਅਵੇ ਕਰਦੀ ਰਹੀ ਹੈ, ਪਰ ਜ਼ਮੀਨ ਪ੍ਰਾਪਤੀ, ਹਾਂਜੀ ਸਰ, ਇਸ ਲਈ ਆ 102 ਅਮੈਂਡਮੈਂਟ, 105 ਅਮੈਂਡਮੈਂਟ, 127 ਅਮੈਂਡਮੈਂਟ ਇਹ ਬਿਲਕੁਲ ਪ੍ਰੈਸ ਦੇ ਚਾਣੀ ਚਾਹੀਦੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਹੁਤ ਲੰਮੇ ਸਮੇਂ ਤੋਂ, ਪਿਛਲੀ ਕਾਂਗਰਸ ਸਰਕਾਰ ਵੇਲੇ ਤੋਂ ਹੀ ਇਹਨਾਂ ਨੇ ਜਿਹੜਾ ਸੰਘਰਸ਼ ਸੀਗਾ ਵਿੱਢਿਆ ਹੋਇਆ ਸੀਗਾ, ਪਰ ਦੇਖਣਾ ਹੋਇਆ ਕਿ ਸਮੇਂ ਦੀ ਮੌਕੇ ਦੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਇਸ ਸੰਘਰਸ਼ ਦੀਆਂ ਜਿਹੜੀਆਂ ਮੰਗਾਂ ਨੇਗੀਆਂ ਕਦੋਂ ਤੱਕ ਪੂਰਾ ਕਰਦੀ ਹੈ, ਤਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਬਣਿਆ ਹੋਇਆ ਭਾਈਚਾਰਾ ਉਹ ਬਣਿਆ ਰਹੇ। ਜਿਹੜੇ ਧਨਾੜ ਲੋਕ ਨੇ, ਜਿਹੜੇ ਇਹਨਾਂ ਮੰਗਾਂ ਨੂੰ ਗਲਤ ਠਹਿਰਾਉਂਦੇ ਨੇ, ਉਹਨਾਂ ਨੂੰ ਸੋਚਣ, ਕਾਨੂੰਨੀ ਤੌਰ ਤੇ ਸਮਝਣ ਦੀ ਲੋੜ ਹੈ। ਸੋ ਦੇਖਣਾ ਹੋਏਗਾ ਕਿ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀਆਂ ਮੰਗਾਂ ਨੂੰ ਕਦੋਂ ਤੱਕ ਪੂਰਾ ਕਰਦੀ ਹੈ। ਸੋ ਬਣੇ ਰਹੋ ਸਿਰਲੇਖ ਦੇ ਨਾਲ।